ਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸ ਬੇਦੀ ਵਾਸੀ ਤਲਵੰਡੀ, ਜਿਨ ਕੀ ਬਹੁ ਕੀਰਤ ਜਗ ਮੰਡੀ। ਅਸ ਬੇਦੀ ਵਾਸੀ ਤਲਵੰਡੀ, ਜਿਨ ਕੀ ਬਹੁ ਕੀਰਤ ਜਗ ਮੰਡੀ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਰਹਿਮਤ ਕਰਕੇ ਨਿਵਾਜਿਆ ਹੈ। ਸੰਧਿਆ ਵੇਲੇ ਦੇ ਦੀਵਾਨ ਸਜਾਏ ਹਨ। ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਜੀ ਨੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਸਜੇ ਹੋਏ ਦੀਵਾਨਾਂ ਵਿੱਚ ਸੋਦਰ ਬਾਣੀ ਦੇ ਜਾਪ ਹੋਏ ਹਨ। ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ। ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਪ੍ਰਸੰਗ ਚੱਲ ਰਿਹਾ ਹੈ। ਪਿਛਲੇ ਦੀਵਾਨਾਂ ਵਿੱਚ ਅਸੀਂ ਸਰਵਣ ਕੀਤਾ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦੇ ਆਗਮਨ ਤੋਂ ਪਹਿਲਾਂ ਕਿਸ ਤਰ੍ਹਾਂ ਸਾਰੀ ਸ੍ਰਿਸ਼ਟੀ ਜਿਹੜੀ ਹੈ ਪਾਪਾਂ ਦੇ ਨਾਲ, ਅਧਰਮ ਦੇ ਨਾਲ, ਧੱਕੇਸ਼ਾਹੀ ਦੇ ਨਾਲ, ਅੰਧ ਵਿਸ਼ਵਾਸ ਔਰ ਮਨਮੁਖਤਾਈ ਦੇ ਨਾਲ ਵਿਆਕੁਲ ਹੋ ਚੁੱਕੀ ਹੈ।
ਅਕਾਲ ਪੁਰਖ ਜੀਆਂ ਦੇ ਚਰਨਾਂ ਵਿੱਚ ਤਰਲਾ ਕੀਤਾ ਹੈ। ਪਰਮੇਸ਼ਰ ਨੇ ਧਰਤੀ ਨੂੰ ਇਹ ਕਹਿ ਕੇ ਧਰਵਾਸਾ ਦਿੱਤਾ ਕਿ ਅਸੀਂ ਤੁਹਾਡੇ ਉੱਤੇ ਆਪ ਆਪਣਾ ਸਰੂਪ ਪ੍ਰਗਟ ਕਰਕੇ ਅਵਤਾਰ ਧਾਰਨ ਕਰਾਂਗੇ। ਇਸ ਤਰ੍ਹਾਂ ਕੱਲ੍ਹ ਦੇ ਦੀਵਾਨਾਂ ਵਿੱਚ ਅਸੀਂ ਸਰਵਣ ਕੀਤਾ ਸੀ ਕਿ ਤਲਵੰਡੀ ਦਾ ਜੋ ਇਲਾਕਾ ਹੈ, ਉਹਦੀ ਛਵੀ, ਉਹਦੀ ਵਿਸ਼ੇਸ਼ਤਾ, ਉਹਦੀ ਵਡਿਆਈ ਕਿਸ ਤਰ੍ਹਾਂ ਦੀ ਹੈ, ਕਿਵੇਂ ਦੇ ਲੋਕ ਉੱਥੇ ਰਹਿੰਦੇ ਹਨ, ਕਿਸ ਤਰ੍ਹਾਂ ਦੀ ਉਸ ਇਲਾਕੇ ਦੀ ਭੂਗੋਲਿਕ ਸਥਿਤੀ ਹੈ, ਸਾਰਾ ਪ੍ਰਸੰਗ ਅਸੀਂ ਕੱਲ੍ਹ ਸਰਵਣ ਕੀਤਾ ਸੀ। ਆਓ ਅੱਜ ਦੇ ਦੀਵਾਨ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਕਥਾ ਦਾ ਪ੍ਰਸੰਗ ਅੱਗੇ ਸਰਵਣ ਕਰੀਏ। ਸਤਿਗੁਰੂ ਸਾਨੂੰ ਮਨ ਬਿਰਤੀਆਂ ਦਾ ਟਿਕਾ ਬਖਸ਼ਿਸ਼ ਕਰਨ। ਸਭ ਤੋਂ ਪਹਿਲਾਂ ਗੁਰਚਰਨਾਂ ਵਿੱਚ ਹਾਜ਼ਰੀ ਲਾਓ। ਸਾਰੀ ਸੰਗਤ ਪ੍ਰੇਮ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸ ਬੇਦੀ ਵਾਸੀ ਤਲਵੰਡੀ। ਇਸ ਤਰ੍ਹਾਂ ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਨੇ ਅਵਤਾਰ ਧਾਰਨ ਕੀਤਾ ਅਤੇ ਸਤਿਗੁਰਾਂ ਨੇ ਜਿੱਥੇ ਅਵਤਾਰ ਧਾਰਨ ਕੀਤਾ ਉਸ ਨਗਰੀ ਦਾ ਨਾਮ ਹੈ ਤਲਵੰਡੀ, ਜਿਹਨੂੰ ਤਲਵੰਡੀ ਰਾਏ ਭੋਏ ਦੀ ਤਲਵੰਡੀ ਵੀ ਕਿਹਾ ਜਾਂਦਾ ਸੀ। ਸਾਂਦਲਬਾਰ ਦਾ ਇਲਾਕਾ ਹੈ। ਇਸ ਤਰ੍ਹਾਂ ਪਿਛਲੇ ਦੀਵਾਨਾਂ ਵਿੱਚ ਅਸੀਂ ਸਰਵਣ ਕੀਤਾ ਕਿ ਇੱਥੇ ਭਲੇ ਲੋਕ ਵਸਦੇ ਹਨ। ਨਗਰੀ ਬਹੁਤ ਸੋਹਣੀ ਹੈ ਔਰ ਭੂਗੋਲਿਕ ਸਥਿਤੀ, ਇੱਕ ਪਾਸੇ ਰਾਵੀ ਦਰਿਆ ਵਗਦਾ ਹੈ, ਇੱਕ ਪਾਸੇ ਚਨਾਬ ਵਗਦਾ ਹੈ। ਸੋਹਣੀਆਂ ਫਸਲਾਂ ਹੁੰਦੀਆਂ ਹਨ, ਚੰਗੇ ਨਸਲ ਦੇ ਪਸ਼ੂ ਹਨ, ਇਲਾਕੇ ਦੇ ਵਿੱਚ ਸੋਹਣੇ ਘਰ ਬਣੇ ਹੋਏ ਹਨ। ਤੋਂ ਅੱਗੇ ਪ੍ਰਸੰਗ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਇਹ ਸਾਰੇ ਵਾਸੀ ਤਲਵੰਡੀ ਵਿੱਚ ਰਹਿਣ ਵਾਲੇ ਲੋਕਾਂ ਦੀ ਸਥਿਤੀ ਇਸ ਤਰ੍ਹਾਂ ਦੀ ਹੈ। ਜਿਨਕੀ ਬਹੁ ਕੀਰਤ ਜਗ ਮੰਡੀ। ਇਉਂ ਬੇਦੀ ਕੁਲ ਦੇ ਲੋਕ ਜਿਹੜੇ ਉਸ ਇਲਾਕੇ ਵਿੱਚ ਤਲਵੰਡੀ ਵਿੱਚ ਰਹਿੰਦੇ ਹਨ, ਉਹਨਾਂ ਦੀ ਕੁਲ ਵੀ ਇਸ ਤਰ੍ਹਾਂ ਦੀ ਹੈ। ਬਾਕੀ ਜਿਵੇਂ ਭਲੇ ਸੁਭਾਅ ਦੇ ਧਰਮੀ ਲੋਕ ਨੇ, ਜੋ ਪਿੱਛੋਂ ਉਹਨਾਂ ਦੀ ਕੁਲ ਦੀ ਵੇਦਾਂ ਸ਼ਾਸਤਰਾਂ ਦੀ ਰੀਤੀ ਚਲੀ ਆ ਰਹੀ ਹੈ, ਕਿਉਂਕਿ ਸਾਰਾ ਹਿੰਦੂ ਘਰਾਣਾ ਹੈ। ਔਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਗਮਨ ਸਮੇਂ ਇੱਥੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੋਏਗਾ। ਤੋ ਇਹ ਵੇਦਾਂ ਸ਼ਾਸਤਰਾਂ ਦੀ ਜੋ ਪਿੱਛੇ ਰਵਾਇਤ ਚੱਲੀ ਆ ਰਹੀ ਹੈ, ਉਸ ਦੇ ਹਿਸਾਬ ਨਾਲ ਆਪਣੇ ਧਰਮ ਕਰਮ ਕਰਨ ਵਾਲੇ ਭਲੇ ਸ਼ਰੀਫ ਲੋਕ ਹਨ। ਇਉਂ ਤਲਵੰਡੀ ਦੇ ਇਲਾਕੇ ਦੀ ਸਾਰੇ ਜਗਤ ਦੇ ਵਿੱਚ, ਸਾਰੇ ਭਾਰਤ ਖੰਡ ਦੇ ਵਿੱਚ ਬਹੁਤ ਵੱਡੀ ਸ਼ੋਭਾ ਹੈ। ਔਰ ਬੇਦੀ ਕੁਲ ਜਿਹੜੀ ਸਾਰੇ ਭਾਰਤ ਖੰਡ ਦੇ ਵਿੱਚ ਮੰਨੀ ਪ੍ਰਮੰਨੀ ਹੈ, ਸ਼ੋਭਾ ਦੇ ਸਹਿਤ ਹੈ। ਚਿਰੰਕਾਲ ਤਹਿ ਰਹਿਤ ਬਿਤਾਈ। ਇਉਂ ਇਸ ਕੁਲ ਦੇ ਲੋਕ ਬਹੁਤ ਸਮੇਂ ਤੋਂ, ਬੇਦੀ ਕੁਲ ਦੇ ਲੋਕ ਇਸ ਤਲਵੰਡੀ ਇਲਾਕੇ ਵਿੱਚ ਬਹੁਤ ਚਿਰੰਕਾਲ ਤੋਂ, ਬੜੇ ਲੰਮੇ ਸਮੇਂ ਤੋਂ ਰਹਿ ਰਹੇ ਸਨ। ਬਹੁਤ ਲੰਮਾ ਸਮਾਂ ਇਹਨਾਂ ਨੂੰ ਇਸ ਇਲਾਕੇ ਵਿੱਚ ਰਹਿੰਦਿਆਂ ਬਤੀਤ ਹੋ ਚੁੱਕਿਆ ਹੈ। ਕਹਿਣ ਲੱਗੇ ਕਿ ਇਸ ਬੇਦੀ ਕੁਲ ਦੇ ਵਿੱਚ ਹੀ ਇੱਕ ਹੈ ਭਾਈ ਸ਼ਿਵ ਰਾਮ ਜੀ। ਇਸ ਕੁਲ ਦੇ ਵਿੱਚ ਇੱਕ ਸ਼ਖਸ ਦਾ ਨਾਮ ਹੈ, ਉਹਨਾਂ ਦਾ ਨਾਮ ਹੈ ਸ਼ਿਵ ਰਾਮ। ਬ੍ਰਿਤ ਸ਼ਾਂਤ ਕੀ ਜਿਨ ਮਨ ਕੀਨੀ। ਬ੍ਰਿਤ ਮੈਨੇ ਹੁੰਦਾ ਬਿਰਤੀ, ਤੇ ਸ਼ਾਂਤ ਕੀ ਮੈਨੇ ਹੈ ਸਾਤਕੀ ਸੁਭਾਅ, ਸਤੋ ਗੁਣੀ ਸੁਭਾਅ ਜਿਨ੍ਹਾਂ ਨੇ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਇਉਂ ਉਹ ਸ਼ਾਂਤ ਕੀ ਸੁਭਾਅ ਧਾਰਨ ਕਰਕੇ ਜ਼ਿੰਦਗੀ ਜਿਉਂਦੇ ਹਨ। ਰਜੋ ਗੁਣੀ ਤੇ ਤਮੋ ਗੁਣੀ ਸੁਭਾਅ ਦਾ ਉਹਨਾਂ ਨੇ ਤਿਆਗ ਕਰ ਦਿੱਤਾ ਹੈ। ਰਾਜਸੀ ਸੁਭਾਅ ਛੱਡ ਦਿੱਤਾ ਹੈ, ਤਾਮਸੀ ਸੁਭਾਅ ਉਹਨਾਂ ਨੇ ਤਿਆਗ ਕਰ ਦਿੱਤਾ ਹੈ। ਸ਼ਾਂਤ ਕੀ ਸੁਭਾਅ ਦੀ ਪ੍ਰਵਿਰਤੀ ਧਾਰਨ ਕੀਤੀ ਹੋਈ ਹੈ। ਇਸ ਤਰ੍ਹਾਂ ਭਾਈ ਸ਼ਿਵ ਰਾਮ ਜੀ ਬੇਦੀ ਕੁਲ ਦੇ ਵਿੱਚ ਜੋ ਹਨ, ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਹਨਾਂ ਨੇ ਹਿੰਸਾ ਛੱਡ ਦਿੱਤੀ ਹੈ ਤੇ ਅਹਿੰਸਾ ਨੂੰ ਧਾਰਨ ਕਰ ਲਿਆ ਹੈ। ਆਯੁੱਧ ਕਹਿੰਦੇ ਹਨ ਸ਼ਸਤਰਾਂ ਨੂੰ, ਤੇ ਸ਼ਸਤਰਾਂ ਦਾ ਵੀ ਉਹਨਾਂ ਨੇ ਤਿਆਗ ਕਰ ਛੱਡਿਆ ਹੈ। ਸ੍ਰੀ ਪਤ, ਸ਼੍ਰੀ ਮੈਨੇ ਮਾਇਆ ਤੇ ਪਤ ਮੈਨੇ ਮਾਲਕ। ਮਾਇਆ ਦੇ ਪਾਲਕ ਭਾਵ ਪਰਮੇਸ਼ਰ, ਮਾਇਆ ਦੇ ਪਤੀ ਭਾਵ ਅਕਾਲ ਪੁਰਖ ਜੀਆਂ ਦੇ ਪਦ ਮੈਨੇ ਚਰਨ ਤੇ ਪਦ ਮੈਨੇ ਕਮਲ, ਨਿਹੋਰੇ ਮੈਨੇ ਵੇਖੇ। ਇਉਂ ਭਾਈ ਸ਼ਿਵ ਰਾਮ ਜੀਆਂ ਨੇ ਸਾਤਕੀ ਸੁਭਾਅ ਧਾਰਨ ਕੀਤਾ ਹੈ। ਧਰਮੀ ਸੁਭਾਅ ਮਨ ਦਾ ਟਿਕਾ ਬਣਿਆ ਹੋਇਆ ਹੈ। ਅਕਾਲ ਪੁਰਖ ਪਰਮੇਸ਼ਰ ਦੀਆਂ ਦੇ ਚਰਨਾਂ ਕਮਲਾਂ ਦਾ ਆਸਰਾ ਹਰ ਵਕਤ ਤੱਕਦੇ ਹਨ। ਕਹਿਣ ਲੱਗੇ ਇਸੇ ਤਰ੍ਹਾਂ ਹੀ ਭਾਈ ਸ਼ਿਵ ਰਾਮ ਜੀਆਂ ਦੀ ਪਤਨੀ ਦਾ ਨਾਮ, ਉਹਨਾਂ ਦੀ ਤ੍ਰਿਆ ਦਾ ਨਾਮ, ਉਹਨਾਂ ਦੀ ਗ੍ਰਹਿਣੀ ਦਾ ਨਾਮ, ਉਹਨਾਂ ਦਾ ਨਾਮ ਹੈ ਬਨਾਰਸੀ ਜੀ। ਔਰ ਧਿਆਨ ਰੱਖੋ
ਕਿ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਾਦਾ ਅਤੇ ਦਾਦੀ ਜੀ ਦਾ ਨਾਮ ਹੈ, ਭਾਈ ਸ਼ਿਵ ਰਾਮ ਜੀ ਤੇ ਉਹਨਾਂ ਦੀ ਸੁਪਤਨੀ ਭਾਵ ਮਹਾਰਾਜ ਜੀ ਦੀ ਦਾਦੀ ਮਾਤਾ ਬਨਾਰਸੀ ਜੀ। ਇਉਂ ਸ਼ਿਵ ਰਾਮ ਜੀਆਂ ਦੇ ਇਹ ਧਰਮ ਸੁਪਤਨੀ ਹਨ। ਪਤ ਬ੍ਰਤ ਧਰਮ ਜਾਸ ਦ੍ਰਿੜ ਕੀਆ। ਜਿਸ ਮਾਤਾ ਬਨਾਰਸੀ ਜੀ ਨੇ ਪਤੀ ਵਰਤਾ ਧਰਮ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਦ੍ਰਿੜ ਕੀਤਾ ਹੋਇਆ ਹੈ। ਤੇ ਸੁਤ ਜਗ ਭਏ ਸੁਚਾਲੂ। ਤਿੰਨ ਤੇ ਸੁਤ ਮੈਨੇ ਹੁੰਦਾ ਪੁੱਤਰ ਤੇ ਯੁਗ ਮੈਨੇ ਹੁੰਦਾ ਦੋ। ਯੁਗ ਸ਼ਬਦ ਜਿਹੜਾ ਸਮੇਂ ਦੀ ਵੰਡ ਲਈ ਵੀ ਆਇਆ ਹੈ ਤੇ ਯੁਗ ਸ਼ਬਦ ਜਿਹੜਾ ਹੈ ਉਹ ਦੋ ਦੇ ਲਈ ਵੀ ਆਇਆ ਹੈ। ਸੁਚਾਲੂ ਮੈਨੇ ਸੋਹਣੀ ਚਾਲ ਵਾਲੇ, ਸੋਹਣੀ ਜ਼ਿੰਦਗੀ ਜਿਉਣ ਵਾਲੇ, ਸ੍ਰੇਸ਼ਟ ਸੁਭਾਅ ਵਾਲੇ। ਇਉਂ ਕਹਿਣ ਲੱਗੇ ਕਿ ਮਾਤਾ ਬਨਾਰਸੀ ਦੀ ਕੁੱਖ ਵਿੱਚੋਂ ਭਾਈ ਸ਼ਿਵ ਰਾਮ ਦੇ ਘਰ ਦੇ ਵਿੱਚ ਦੋ ਸ੍ਰੇਸ਼ਟ ਚਾਲ ਵਾਲੇ, ਸੋਹਣੀ ਜ਼ਿੰਦਗੀ ਜਿਉਣ ਵਾਲੇ, ਚੰਗੇ ਸੀਲ ਸੁਭਾਅ ਵਾਲੇ ਦੋ ਪੁੱਤਰ ਹੋਏ ਹਨ। ਵਡ ਕਾਲੂ ਛੋਟੇ ਸੁਭ ਲਾਲੂ। ਵੱਡੇ ਦਾ ਨਾਮ ਹੈ ਭਾਈ ਕਾਲੂ ਜੀ, ਜਿਨ੍ਹਾਂ ਦਾ ਨਾਮ ਕਲਿਆਣ ਦਾਸ ਵੀ ਲਿਖਿਆ ਹੈ, ਤੇ ਛੋਟੇ ਦਾ ਨਾਮ ਹੈ ਭਾਈ ਲਾਲੂ ਜੀ। ਇਹ ਭਾਈ ਕਾਲੂ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਹਨ ਤੇ ਭਾਈ ਲਾਲੂ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਾਚਾ ਜੀ ਹਨ। ਭਾਈ ਸ਼ਿਵ ਰਾਮ ਦੇ ਦੋ ਸੁਪੁੱਤਰ ਹਨ। ਮਾਤਾ ਬਨਾਰਸੀ ਦੀ ਕੁੱਖ ਵਿੱਚੋਂ ਪੈਦਾ ਹੋਏ। ਵੱਡੇ ਦਾ ਨਾਮ ਭਾਈ ਕਾਲੂ ਹੈ ਤੇ ਛੋਟੇ ਦਾ ਸ਼ੁਭ ਨਾਮ ਭਾਈ ਲਾਲੂ ਹੈ। ਵਡ ਭਾਗੀ ਜੋ ਹੈ ਸੁਭ ਕਰਮੀ। ਇਉਂ ਇਹ ਦੋਵੇਂ ਜੋੜਾ, ਦੋਵੇਂ ਜੀ ਭਾਈ ਸ਼ਿਵ ਰਾਮ ਤੇ ਬੀਬੀ ਬਨਾਰਸੀ ਕਹਿਣ ਲੱਗੇ ਇਹ ਵਡਭਾਗੇ ਹਨ ਤੇ ਚੰਗੇ ਕਰਮਾਂ ਵਾਲੇ, ਸ੍ਰੇਸ਼ਟ ਕਰਮਾਂ ਵਾਲੇ ਦੋਨੋਂ ਜੀ ਹਨ। ਭਗਤ ਪਰਿਆਇਨ ਨਿਚਲ ਧਰਮੀ। ਭਗਤੀ ਦੇ ਵਿੱਚ ਇਹਨਾਂ ਦਾ ਧਿਆਨ ਟਿਕਿਆ ਹੋਇਆ ਹੈ। ਭਗਤੀ ਸੁਭਾਅ ਵਾਲੇ ਹਨ, ਭਗਤੀ ਧਾਰਨ ਕਰਨ ਵਾਲੇ ਤੇ ਨਿਸ਼ਚਲ ਸ਼ੀਤਲ ਸੁਭਾਅ ਵਾਲੇ, ਛਲ ਕਪਟ ਤੋਂ ਰਹਿਤ ਧਰਮੀ ਜੀਵਨ ਜਿਉਣ ਵਾਲੇ ਹਨ। ਤਪ ਬ੍ਰਤ ਨੇਮ ਸਮੁਦਾਏ। ਜਪ ਤਪ ਬ੍ਰਤ ਇਤਿਆਦਿਕ ਜੋ ਹਿੰਦੂ ਧਰਮ ਦੇ ਵੇਦਾਂ ਸ਼ਾਸਤਰਾਂ ਦੇ ਅਨੁਸਾਰ ਨੇਮ ਦੱਸੇ ਹੋਏ ਹਨ ਸਾਰੇ ਦੇ ਸਾਰੇ। ਕਰਤ ਬਹੁਤ ਜੇ ਜਨਮ ਬਿਤਾਏ। ਇਹ ਉਹਨਾਂ 'ਚ ਵਿਸ਼ਵਾਸ ਕਰਦੇ ਨੇ ਹਿੰਦੂ ਧਰਮ 'ਚ। ਔਰ ਫਿਰ ਬੇਨਤੀ ਕਰਦੇ ਹਾਂ ਕਿ ਇਹ ਗੁਰਮਤ ਹਜੇ ਪ੍ਰਗਟ ਨਹੀਂ ਹੋਈ ਹੈ, ਤਾਂ ਇਸ ਕਰਕੇ ਇਹ ਹਿੰਦੂ ਘਰਾਣਾ ਹੈ, ਬੇਦੀਆਂ ਦੀ ਕੁਲ ਹੈ ਇਹ। ਤਾਂ ਇਸ ਤਰ੍ਹਾਂ ਇਹ ਵੇਦਾਂ ਸ਼ਾਸਤਰਾਂ ਦੇ ਜੋ ਹਿੰਦੂ ਮਤ ਵਿੱਚ ਦੱਸੇ ਹੋਏ ਜਪ ਤਪ ਬ੍ਰਤ ਆਦਿਕ ਰੱਖਦੇ ਹਨ ਸਾਰੇ। ਇਸ ਤਰ੍ਹਾਂ ਇਹ ਨੇਮ ਕਰਦਿਆਂ ਹੋਇਆਂ ਇਹ ਜਨਮ ਆਪਣਾ ਬਤੀਤ ਕਰ ਰਹੇ ਹਨ। ਇਉਂ ਇਹਨਾਂ ਦਾ ਜੀਵਨ ਬਸਰ ਹੋ ਰਿਹਾ ਹੈ। ਅਨੇਕ ਜਨਮ ਕੀ ਇੱਛਾ ਜਾਸੂ। ਤੇ ਬਹੁਤ ਚਿਰਾਂ ਦੀ ਇਹਨਾਂ ਦੇ ਮਨ ਦੇ ਵਿੱਚ ਇੱਛਾ ਹੈ, ਇਹਨਾਂ ਦੇ ਮਨ ਦੀ ਇੱਛਾ ਹੈ, ਇਹਨਾਂ ਦੇ ਮਨ ਦਾ ਫੁਰਨਾ ਹੈ। ਵਿਸਨ ਹੋਏ ਸੁਤ ਗਿਆਨ ਨਿਵਾਸੂ। ਹੁਣ ਇਹ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਆ। ਗੁਰਮਤ ਹਜੇ ਪ੍ਰਗਟ ਨਹੀਂ ਹੋਈ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਉਣ ਨਾਲ ਗੁਰਮਤ ਦਾ ਪ੍ਰਚਾਰ ਪ੍ਰਸਾਰ ਹੋਏਗਾ। ਬਾਬਾ ਸ਼ਿਵ ਰਾਮ ਜੀ ਦੇ ਮਨ ਦੀ ਇੱਛਾ ਸੀ ਬਹੁਤ ਚਿਰ ਤੋਂ ਕਿ ਸਾਡੇ ਘਰ ਦੇ ਵਿੱਚ ਜਿਵੇਂ ਮੰਨਿਆ ਗਿਆ ਹਿੰਦੂ ਮਤ ਦੇ ਵਿੱਚ ਕਿ ਵਿਸ਼ਨੂੰ ਜੀ ਭੋਜਨ ਪਦਾਰਥਾਂ ਦੇ ਭੰਡਾਰੇ ਵਰਤਾਉਂਦੇ ਹਨ ਜੀਵ ਜੰਤੂਆਂ ਨੂੰ, ਤੇ ਭਾਈ ਸ਼ਿਵ ਰਾਮ ਜੀ ਦਾ ਇਹ ਫੁਰਨਾ ਹੈ ਕਿ ਸਾਡੇ ਘਰ ਦੇ ਵਿੱਚ ਵਿਸ਼ਨੂੰ ਜੀ ਵਾਂਗੂ ਗਿਆਨ ਦੇ ਭੰਡਾਰੇ ਵਰਤਾਉਣ ਵਾਲਾ ਕੋਈ ਪੁੱਤਰ ਪੈਦਾ ਹੋਵੇ। ਹਿਰਦੈ ਕਰਤ ਸੰਕਲਪ ਵਿਕਲਪਾ। ਇਉਂ ਹਿਰਦੇ ਦੇ ਵਿੱਚ ਸੰਕਲਪ ਤੇ ਵਿਕਲਪ ਕਰਦੇ ਹਨ, ਇਹ ਫੁਰਨੇ ਉੱਠਦੇ ਹਨ, ਵਿਚਾਰਾਂ ਉੱਠਦੀਆਂ ਹਨ ਇਸ ਤਰ੍ਹਾਂ ਕਿ ਇਸ ਤਰ੍ਹਾਂ ਦਾ ਪੁੱਤਰ ਕੋਈ ਪੈਦਾ ਹੋਵੇ ਜਿਵੇਂ ਗਿਆਨ ਦੇ ਭੰਡਾਰੇ ਵਰਤਾਉਣ ਵਾਲਾ, ਜਿਵੇਂ ਵਿਸ਼ਨੂੰ ਜੀ ਸਾਰੇ ਜੀਵ ਜੰਤੂਆਂ ਨੂੰ ਰਿਜ਼ਕ ਆਦਿਕ ਵਰਤਾਉਂਦੇ ਹਨ। ਇਹ ਹਿੰਦੂ ਮਤ ਦੀ ਕਲਪਨਾ ਹੈ। ਭਗਤ ਅਧੀਨ ਰਜੈ ਗੁਣ ਅਲਪਾ। ਹੁਣ ਮਨ ਦੇ ਵਿੱਚ ਭਾਈ ਸ਼ਿਵ ਰਾਮ ਜੀ ਇਹ ਸੋਚ ਰਹੇ ਹਨ ਕਿ ਅਕਾਲ ਪੁਰਖ ਪਰਮੇਸ਼ਰ ਜੀ ਜਿਹੜੇ ਹਨ ਨਾ ਉਹ ਭਗਤੀ ਦੇ ਅਧੀਨ ਨੇ, ਭਗਤੀ ਦੇ ਉੱਤੇ ਰੀਝਣ ਵਾਲੇ ਨੇ, ਪਰ ਮੇਰੇ ਵਿੱਚ ਗੁਣ ਤੇ ਕੋਈ ਨਹੀਂ ਹੈ, ਮੇਰੇ ਵਿੱਚ ਕੋਈ ਵਿਸ਼ੇਸ਼ਤਾ ਹੀ ਤੇ ਹੈ ਨਹੀਂ ਕਿ ਐਸੇ ਪੁੱਤਰ ਦੀ ਹੁਣ ਮੈਨੂੰ ਦਾਤ ਦੇ ਦੇਣ, ਮੈਨੂੰ ਇਸ ਤਰ੍ਹਾਂ ਦੀ ਮਾਣ ਬਖਸ਼ਿਸ਼ ਨਾਲ ਨਿਵਾਜ ਦੇਣ। ਪਰ ਸੁਣਿਆ ਵੀ ਉਹ ਅਕਾਲ ਪੁਰਖ ਪਰਮੇਸ਼ਰ ਭਗਤੀ ਦੇ ਅਧੀਨ ਹੈ, ਭਗਤੀ ਤੇ ਰੀਝ ਪੈਂਦਾ ਹੈ। ਜੇ ਮੁਝ ਲਖੈ ਦੀਨ ਗੁਣ ਨਾਹੀ। ਕਹਿਣ ਲੱਗੇ ਕਿ ਜੇ ਮੈਨੂੰ ਉਹ ਗਰੀਬ ਜਾਣ ਲੈਣ ਤੇ ਮੇਰੇ ਵਿੱਚ ਗੁਣ ਕੋਈ ਨਹੀਂ ਹੈ ਤੇ ਮੇਰੀ ਅਰਦਾਸ ਉਹਦੇ ਅੱਗੇ ਹੋਵੇ ਵੀ ਮੈਨੂੰ ਕੋਈ ਸ੍ਰੇਸ਼ਟ ਪੁੱਤਰ ਦੀ ਦਾਤ ਬਖਸ਼ੋ, ਤੇ ਮੇਰੇ ਵਿੱਚ ਗੁਣ ਕੋਈ ਹੈ ਨਹੀਂ, ਗਰੀਬੀ ਵਾਲਾ ਮੇਰਾ ਜੀਵਨ ਹੈ, ਕਰਮਾਂ ਕਰਕੇ ਵੀ ਤੇ ਮਾਇਕੀ ਪਦਾਰਥਾਂ ਕਰਕੇ ਵੀ, ਇਸ ਤਰ੍ਹਾਂ ਮੈਨੂੰ ਉਹ ਗਰੀਬ ਜਾਣਨ ਤੇ ਗੁਣਾਂ ਤੋਂ ਵੀ ਹੋਣਾ ਜਾਣਨ। ਭਏ ਸਕੂਰੀ ਸਫਰੀ ਮਾਹੀ। ਪਰ ਕਹਿਣ ਲੱਗੇ ਕਿ ਪਰਮੇਸ਼ਰ ਦੇ ਦਰ ਘਰ ਦੀ ਮੌਜ ਹੈ, ਕਿਉਂਕਿ ਉਹ ਹੁਣ ਹਿੰਦੂ ਮਾਈਂਡਡ ਬੰਦਾ ਹੈ, ਹਿੰਦੂ ਮਾਈਂਡਡ ਸ਼ਖਸੀਅਤ ਹੈ, ਉਹ
ਹਿੰਦੂਆਂ ਦੀ ਸੋਚ ਰੱਖਦਾ ਹੈ। ਗੁਰਮਤਿ ਹਜੇ ਪ੍ਰਕਾਸ਼ ਨਹੀਂ ਹੋਈ, ਔਰ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲਾ ਸੁਣਨ ਵਾਲਾ ਬੇਦੀ ਕੁਲ ਦਾ ਇੱਕ ਫਰਦ ਹੈ। ਉਹ ਕਹਿਣ ਲੱਗੇ ਕਿ ਸੁਣਿਆ ਹੈ ਕਿ ਜਦੋਂ ਲੋੜ ਪੈਂਦੀ ਹੈ ਤੇ ਵਿਸ਼ਨੂੰ ਦੇ ਜਿਹੜੇ 23-24 ਅਵਤਾਰ ਮੰਨੇ ਨੇ, ਉਹਨਾਂ 'ਚੋਂ ਇੱਕ ਹੈ ਸ਼ੁਕਰੀ ਅਵਤਾਰ। ਸੂਰ ਦੇ ਜੂਨ ਵਿੱਚ ਅਵਤਾਰ ਉਹਨਾਂ ਨੇ ਵਰਾਹ ਅਵਤਾਰ ਧਾਰਨ ਕੀਤਾ ਸੀ। ਫਿਰ ਕਹਿਣ ਲੱਗੇ ਸਫਰੀ ਮੈਨੇ ਮੱਛੀ ਦੀ ਕੁਲ 'ਚ ਉਹਨਾਂ ਨੇ ਅਵਤਾਰ ਲਿਆ ਸੀ, ਮੱਛ ਅਵਤਾਰ ਜਾਂ ਮਛੰਦਰਨਾਥ ਪੈਦਾ ਹੋਇਆ। ਤੇ ਅੱਗੇ ਕਹਿਣ ਲੱਗੇ ਕਿ ਹਾਂ, ਉਹਨਾਂ ਦੇ ਸੋਚਣੀ ਇਹ ਹੈ, ਮਨ ਦੇ ਵਿੱਚ ਕਲਪਨਾ ਕਰ ਰਹੇ ਹਨ ਕਿ ਸੂਰ ਦੀ ਜੂਨ ਦੇ ਵਿੱਚ ਜਿਹੜਾ ਵਿਸ਼ਨੂੰ ਜੀ ਨੇ ਅਵਤਾਰ ਧਾਰਿਆ, ਮੱਛੀ ਦੀ ਜੂਨ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਹੈ। ਕਮਠੇ ਆਦਿਕ ਬਿਮਤ ਕੁਜਾਤੀ। ਕਮਠੀ ਕਹਿੰਦੇ ਨੇ ਕੱਛੂ ਨੂੰ। ਜਦੋਂ ਸਮੁੰਦਰ ਰਿੜਕਿਆ ਗਿਆ, ਖੀਰ ਸਮੁੰਦਰ, ਅਰੁਣਾਚਲ ਨਾਮ ਦਾ ਪਰਬਤ ਜਿਹੜਾ ਹੈ, ਉਹਦੇ 'ਤੇ ਜਿਹੜਾ ਸ਼ੇਸ਼ਨਾਗ ਦਾ ਰਿੜਕਾ ਪਾ ਕੇ, ਨੇਤਰਾ ਪਾ ਕੇ ਸੁਰ ਤੇ ਅਸੁਰ ਦੇਵਤੇ ਦੈਂਤ ਰਿੜਕਣ ਲੱਗੇ। ਇਹ ਹਿੰਦੂ ਮਨੌਤ ਹੈ। ਔਰ ਕਹਿਣ ਲੱਗੇ ਕਿ ਉਹ ਅਰੁਣਾਚਲ ਪਰਬਤ ਜਿਹੜਾ ਥੱਲੇ ਨੂੰ ਧਸਣ ਲੱਗਾ ਤੇ ਵਿਸ਼ਨੂੰ ਨੇ ਫਿਰ ਕੱਛੂ ਕੁੰਮੇ ਦੀ ਜੂਨ ਵਿੱਚ ਅਵਤਾਰ ਧਾਰਿਆ, ਕੱਛਪ ਅਵਤਾਰ, ਤੇ ਉਹ ਅਰੁਣਾਚਲ ਪਰਬਤ ਦੇ ਥੱਲੇ ਜਾ ਕੇ ਸਹਾਰਾ ਦਿੱਤਾ। ਤੇ ਉੱਥੋਂ ਰਿੜਕਣ ਤੋਂ ਬਾਅਦ ਰਤਨਾਂ ਦੀ 14 ਰਤਨਾਂ ਦੀ ਪੈਦਾਇਸ਼ ਹੋਈ। ਕਹਿਣ ਲੱਗੇ ਉਹ ਵਿਸ਼ਨੂੰ ਜੀ ਨੇ ਕੱਛੂ ਦੀ ਜੂਨ ਵਿੱਚ ਵੀ ਅਵਤਾਰ ਧਾਰਨ ਕੀਤਾ। ਕਹਿਣ ਲੱਗੇ ਸੂਰ ਦੀ ਜੂਨ 'ਚ, ਮੱਛੀ ਦੀ ਜੂਨ 'ਚ, ਕੱਛੂ ਦੀ ਜੂਨ 'ਚ ਇਤਿਆਦਿ ਕੇ ਵਿਸ਼ਨੂੰ ਜੀ ਨੇ ਅਵਤਾਰ ਧਾਰੇ ਹਨ। ਜਿਨ੍ਹਾਂ ਜੀਵ ਜੰਤੂਆਂ ਨੂੰ ਮਤ ਤੋਂ ਵੀ ਉਹ ਰਹਿਤ ਮੰਨੇ ਗਏ ਨੇ। ਕੁਜਾਤੀ ਮਨੁੱਖ ਜਾਤੀ ਨੂੰ ਸ੍ਰੇਸ਼ਟ ਮੰਨਿਆ, ਪਸ਼ੂ ਪੰਛੀ ਨਖਿੱਧ ਜੂਨਾਂ ਨੇ, ਤੇ ਪਸ਼ੂਆਂ ਪੰਛੀਆਂ 'ਚ ਵੀ ਉਹ ਅਵਤਾਰ ਧਾਰਨ ਕਰ ਲੈਂਦੇ ਨੇ। ਕਹਿਣ ਲੱਗੇ ਕਿ ਭਾਵੇਂ ਬੇਸ਼ੱਕ ਮੇਰੇ 'ਚ ਕੋਈ ਗੁਣ ਨਹੀਂ, ਮੈਨੂੰ ਗਰੀਬ ਵੀ ਜਾਣਨ, ਪਰ ਮੈਂ ਸੁਣਿਆ ਵੀ ਅਕਾਲ ਪੁਰਖ ਕਹਿ ਲਓ, ਰੱਬ ਕਹਿ ਲਓ, ਉਹਨਾਂ ਦੇ ਭਾਦੀ ਤੇ ਰੱਬ ਹੀ ਅਵਤਾਰ ਧਾਰਦਾ ਹੈ। ਵਿਸ਼ਨੂੰ ਨੂੰ ਉਹ ਰੱਬ ਮੰਨਦੇ ਨੇ। ਤੇ ਵਿਸ਼ਨੂੰ ਜੀ ਜਾਂ ਰੱਬ ਜੀ ਕਹਿਣ ਲੱਗੇ ਉਹਨਾਂ ਦੀ ਸੋਚ ਭਾਈ ਸ਼ਿਵ ਰਾਮ ਦੀ ਵੀ ਸੂਰ ਦੀ ਕੁਲ 'ਚ ਪੈਦਾ ਹੋ ਸਕਦਾ ਹੈ, ਮੱਛੀ ਦੀ ਕੁਲ 'ਚ ਪੈਦਾ ਹੋ ਸਕਦਾ ਹੈ, ਤੇ ਕਮਠੀ ਕੱਛੂ ਕੁੰਮੇ ਦੀ ਪੈਦਾ ਹੋ ਸਕਦਾ ਕੁਲ ਦੇ ਵਿੱਚ। ਦਿਨ ਕੇ ਜਨਮ ਲੀਨ ਜਗ ਖਿਆਤੀ। ਇਉਂ ਇਹ ਜਗਤ ਦੇ ਵਿੱਚ ਪ੍ਰਸਿੱਧ ਹੈ ਗੱਲ ਕਿ ਇਸ ਤਰ੍ਹਾਂ ਦੀਆਂ ਜੂਨਾਂ ਦੇ ਵਿੱਚ ਵਿਸ਼ਨੂੰ ਨੇ ਅਵਤਾਰ ਧਾਰਨ ਕੀਤਾ ਹੈ। ਡੋਰ ਸੋ ਕਰਹਿ ਅਕਰਨੀ। ਕਹਿਣ ਲੱਗੇ ਕਿ ਪਰਮੇਸ਼ਰ ਜਿਹੜੇ ਹਨ ਨਾ, ਉਹ ਪ੍ਰੇਮ ਦੀ ਡੋਰੀ ਵਿੱਚ ਬੱਝੇ ਹੋਏ, ਅਕਰਨੀ ਮੈਨੇ ਨਾ ਕਰਨਯੋਗ ਕੰਮ ਵੀ ਆਪਦੇ ਭਗਤਾਂ ਦੇ ਪ੍ਰੇਮ ਵਿੱਚ ਕਰ ਦਿੰਦੇ ਨੇ। ਜਿਹੜੀ ਚੱਲ ਰਹੀ ਮਰਿਆਦਾ ਹੈ, ਕਈ ਵਾਰੀ ਭਗਤਾਂ ਦੇ ਕਹਿਣੇ ਦੇ ਉੱਤੇ ਉਹ ਆਪਣੀ ਰਵਾਇਤ ਨੂੰ ਬਦਲ ਵੀ ਦਿੰਦੇ ਹਨ। ਤਾਂ ਕਹਿਣ ਲੱਗੇ ਭਾਵੇਂ ਮੇਰੇ 'ਚ ਕੋਈ ਗੁਣ ਤੇ ਹੈ ਨਹੀਂ, ਪਰ ਭਗਤੀ ਦੇ ਉੱਤੇ ਅਕਾਲ ਪੁਰਖ ਪਰਮੇਸ਼ਰ ਸੁਣਿਆ ਵੀ ਰੀਝ ਪੈਂਦੇ ਹਨ। ਕੀਰਤ ਬਿਮਲ ਵੇਦ ਇਮ ਵਰਨੀ। ਇਉਂ ਕਹਿਣ ਲੱਗੇ ਕਿ ਨਿਰਮਲ ਕੀਰਤੀ ਅਕਾਲ ਪੁਰਖ ਦੀ ਵੇਦਾਂ ਸ਼ਾਸਤਰਾਂ ਦੇ ਵਿੱਚ ਇਸ ਤਰ੍ਹਾਂ ਵਰਣਨ ਕੀਤੀ ਹੋਈ, ਅਸੀਂ ਤੇ ਪੜ੍ਹਦੇ ਸੁਣਦੇ ਹੀ ਹਾਂ। ਅਦਿੱਤੀ ਕਸ਼ਯਪ ਕੇ ਜਿਮ ਧਾਮਾ। ਅਦਿੱਤੀ ਅਤੇ ਕਾਸ਼ਯਪ। ਅਦਿੱਤੀ ਇੱਕ ਬੀਬੀ ਦਾ ਨਾਮ ਹੈ ਤੇ ਕਸ਼ਯਪ ਇੱਕ ਰਿਸ਼ੀ ਦਾ ਨਾਮ ਹੈ। ਤੇ ਇਹਨਾਂ ਦੇ ਘਰ ਦੇ ਵਿੱਚ ਜਿਸ ਤਰ੍ਹਾਂ ਉਪਜਤ ਭਏ ਉਪੇਂਦਰ ਨਾਮਾ। ਇਹਨਾਂ ਦੇ ਘਰ ਦੇ ਵਿੱਚ ਜਿਵੇਂ ਉਪੇਂਦਰ ਨਾਮ ਦਾ ਇੱਕ ਅਵਤਾਰ ਧਾਰਨ ਕੀਤਾ ਸੀ। ਅਸ ਆਸਾ ਧਰ ਅਸੁਰ ਵਿਨਾਸੀ। ਇਸ ਤਰ੍ਹਾਂ ਦੀ ਆਸਾ ਧਾਰਨ ਕਰਕੇ ਅਸੁਰ ਮੈਨੇ ਖੋਟੀ ਬੁੱਧੀ ਵਾਲੇ ਜਾਂ ਦੈਂਤ ਲੋਕ, ਵਿਨਾਸ਼ੀ ਮੈਨੇ ਨਾਸ਼ ਕਰਨ ਵਾਲੇ, ਇਸ ਤਰ੍ਹਾਂ ਆਸਾ ਧਾਰਨ ਕਰਕੇ ਦੁਸ਼ਟਾਂ ਦਾ ਨਾਸ਼ ਕਰਨ ਵਾਲੇ। ਨਿਰੰਤਰ ਰੂਪ ਉਪਾਸੀ। ਇਉਂ ਅਕਾਲ ਪੁਰਖ ਦੇ ਚਰਨਾਂ ਦੀ ਭਾਈ ਸ਼ਿਵ ਰਾਮ ਜੀ ਉਪਾਸੀ ਮੈਨੇ ਉਪਾਸਨਾ ਕਰ ਰਹੇ ਹਨ, ਜਿਸ ਅਕਾਲ ਪੁਰਖ ਦਾ ਸਰੂਪ ਨਿਰਅੰਤਰ ਹੈ, ਹਰ ਇੱਕ ਥਾਂ ਤੇ ਜਿਹੜਾ ਸਮਾਇਆ ਹੋਇਆ ਹੈ। ਨਾਮ ਜਨਮ ਜਬ ਧਾਰਾ। ਇਉਂ ਫਿਰ ਇਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਦੀ ਦਾਤ ਅਕਾਲ ਪੁਰਖ ਨੇ ਬਖਸ਼ੀ, ਤੇ ਜਿਹਦਾ ਨਾਮ ਇਹਨਾਂ ਨੇ ਬਾਬਾ ਕਾਲੂ ਜੀ, ਭਾਈ ਕਾਲੂ ਜੀ ਰੱਖਿਆ। ਜਨਮ ਤੋਂ ਬਾਅਦ ਉਹਦਾ ਨਾਮ ਮਹਿਤਾ ਕਲਿਆਣ ਦਾਸ ਜੀ ਵੀ ਬਾਅਦ ਵਿੱਚ ਪ੍ਰਸਿੱਧ ਹੋਇਆ। ਪੂਰਨ ਆਸਾ ਕੀਨ ਮੁਰਾਰਾ। ਮੁਰਾਰਾ, ਮੁਰ ਨਾਮ ਦੇ ਦੈਂਤ ਨੂੰ ਮਾਰਨ ਵਾਲੇ, ਭਾਵ ਖੋਟੀਆਂ ਭੈੜੀਆਂ ਵਿਚਾਰਾਂ ਅਤੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵਾਲੇ ਭਾਵ ਅਕਾਲ ਪੁਰਖ ਜੀ। ਇਉਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਭਾਈ ਸ਼ਿਵ ਰਾਮ ਦੀ ਸ਼ੁਭ ਆਸਾ ਨੂੰ ਪੂਰਨ ਕੀਤਾ। ਬਾਬਾ ਮਹਿਤਾ ਕਲਿਆਣ ਦਾਸ, ਬਾਬਾ ਕਾਲੂ ਜੀ ਨਾਮੀ ਪੁੱਤਰ ਨੂੰ ਉਹਨਾਂ ਦੇ ਘਰ ਦੇ ਵਿੱਚ ਭੇਜ ਕੇ। ਸੁਤ ਕਾਲੂ ਪਿਖ ਪਿਤ ਸਿਵਨਾ ਨਾਮੂ। ਸੁਤ ਕਹਿੰਦੇ ਨੇ ਪੁੱਤਰ ਨੂੰ। ਆਪਣੇ ਪੁੱਤਰ ਕਾਲੂ ਜੀ ਨੂੰ ਵੇਖ ਕਰਕੇ ਪਿਤਾ ਸ਼ਿਵ ਰਾਮ ਜੀ ਮਾਨ ਗ੍ਰਹਣ ਕੇ ਕੀਰਤ ਧਾਮੂ। ਇਉਂ ਉਹਨਾਂ ਨੂੰ ਵੇਖ ਕੇ, ਉਹਨਾਂ ਦੀ ਪ੍ਰਤਪਾਲਨਾ ਕਰਕੇ, ਤੇ ਸਮਾਂ ਆਉਣ ਤੇ ਜਦੋਂ ਜਵਾਨ ਹੋਏ ਨਾ,
ਤੇ ਉਹਨਾਂ ਨੂੰ ਚੰਗੇ ਸ੍ਰੇਸ਼ਟ ਘਰ ਦੇ ਵਿੱਚ ਸੋਹਣੇ ਜਾਂ ਆਪਣੇ ਬਰਾਬਰ ਦੇ ਘਰਾਣੇ ਦੇ ਵਿੱਚ ਆਪਣੇ ਪੁੱਤਰ ਦੀ ਉਹਨਾਂ ਨੇ ਸ਼ਾਦੀ ਕਰ ਦਿੱਤੀ ਹੈ। ਤੇ ਪਤੀ ਵਰਤਾ ਗੁਣ ਨਿਧ ਸੋ। ਇਉਂ ਫਿਰ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਵੀ ਪਤੀ ਵਰਤਾ ਧਰਮ ਵਾਲੀ ਹੈ। ਉਹਨਾਂ ਦੀ ਜਿਹੜੀ ਇਸਤਰੀ ਹੈ ਪਤਨੀ ਮਾਤਾ ਤ੍ਰਿਪਤਾ ਜੀ, ਉਹ ਵੀ ਪਤੀ ਵਰਤਾ ਧਰਮ ਦੇ ਵਿੱਚ ਹੈ। ਗੁਣਾਂ ਦੇ ਨਿਧ, ਗੁਣਾਂ ਦੇ ਖਜ਼ਾਨੇ ਦੇ ਸਹਿਤ ਹੈ, ਚੰਗੇ ਸੁਭਾਅ ਵਾਲੀ ਹੈ। ਤੇ ਸੁਸ਼ੀਲਤਾ ਕਹਿ ਸਕੋ। ਉਹਦੀ ਸੁਸ਼ੀਲਤਾ ਨੂੰ, ਪਵਿੱਤਰਤਾ ਨੂੰ, ਸ਼ਾਂਤ ਸੁਭਾਅ ਨੂੰ ਕੌਣ ਕਹਿ ਸਕਦਾ। ਭਾਵ ਇੰਨਾ ਉਹਦਾ ਸ਼ਾਂਤ ਸੁਭਾਅ ਹੈ, ਪਤੀ ਧਰਮ ਦੇ ਵਿੱਚ ਪਰਪੱਕ ਹੈ, ਨੇਕ ਨੀਅਤ ਵਾਲੀ ਉਹ ਇਸਤਰੀ ਹੈ ਮਾਤਾ ਕਾਲੂ ਜੀ ਦੀ ਸੁਪਤਨੀ। ਇਹਦੀ ਕੋਈ ਵਿਆਖਿਆ ਨਹੀਂ ਕਰ ਸਕਦਾ ਹੈ। ਸਾਧਵੀ ਪਾਏ ਕਾਲ ਬਹੁ ਕਾਲੂ। ਇਉਂ ਸਾਧਵੀ ਮੈਨੇ ਮਾਤਾ ਤ੍ਰਿਪਤਾ ਜੀ, ਸਾਧਵੀ ਸੁਭਾਅ ਵਾਲੇ ਮਾਤਾ ਤ੍ਰਿਪਤਾ ਜੀ ਅਤੇ ਬਾਬਾ ਕਾਲੂ ਜੀ ਇਸ ਤਰ੍ਹਾਂ ਬਹੁਤ ਸਮਾਂ ਪਾ ਕਰਕੇ ਬਹੁਤ ਲੰਮੇ ਸਮੇਂ ਬਾਅਦ ਇਹ ਵਰਤ ਤਪ ਕਠਨ ਵਿਸਾਲੂ। ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਬੜੇ ਸਾਲ ਇਹਨਾਂ ਨੇ ਇਸ ਤਰ੍ਹਾਂ ਬਤੀਤ ਕਰ ਦਿੱਤੇ, ਵਰਤ ਰੱਖਦੇ ਹਨ, ਤਪ ਕਰਦੇ ਹਨ। ਕਠਨ ਮੈਨੇ ਬਹੁਤ ਔਖੇ, ਵਿਸਾਲੂ ਮੈਨੇ ਬਹੁਤ ਵੱਡੇ ਵੱਡੇ। ਨਿਰੰਕਾਰ ਏਵ ਦੰਪਤ ਬੀਤਾ। ਇਉਂ ਬੜਾ ਚਿਰ ਇਹਨਾਂ ਦੋਵੇਂ ਦੰਪਤੀ ਨੂੰ, ਦੋਵੇਂ ਪਤੀ ਪਤਨੀ ਨੂੰ ਬਤੀਤ ਹੋ ਗਿਆ, ਵਰਤ ਤਪ ਕਰਦਿਆਂ, ਅਕਾਲ ਪੁਰਖ ਦੀ ਆਰਾਧਨਾ ਕਰਦਿਆਂ। ਹਰ ਪਦ ਪੰਕਜ ਜਿਨ ਮਨ ਪ੍ਰੀਤਾ। ਹਰੀ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਇਹਨਾਂ ਦੋਨਾਂ ਦੇ ਮਨ ਦੇ ਵਿੱਚ, ਮਾਤਾ ਤ੍ਰਿਪਤਾ ਜੀ ਤੇ ਪਿਤਾ ਭਾਈ ਕਾਲੂ ਜੀ ਦੇ ਮਨ ਦੇ ਵਿੱਚ ਪਰਮੇਸ਼ਰ ਦੀ, ਅਕਾਲ ਪੁਰਖ ਦੀ ਬਹੁਤ ਵੱਡੀ ਪ੍ਰੀਤ ਹੈ। ਤਲਵੰਡੀ ਮਹਿਰਾਏ ਬੁਲਾਰੂ। ਇਹ ਜਿਸ ਇਲਾਕੇ 'ਚ ਰਹਿੰਦੇ ਹਨ ਉਸ ਇਲਾਕੇ ਦਾ ਨਾਮ, ਉਸ ਨਗਰੀ ਦਾ ਨਾਮ ਹੈ ਤਲਵੰਡੀ, ਤੇ ਇਸ ਤਲਵੰਡੀ ਦੇ ਮਾਲਕ ਦਾ ਨਾਮ ਹੈ ਰਾਏ ਬੁਲਾਰ। ਸੋਦਰ ਸਾਮ ਕਾਲੂ ਸੰਗ ਪਿਆਰੂ। ਕਹਿਣ ਲੱਗੇ ਇਹਦੇ ਕੋਲ ਬਹੁਤ ਪਿੰਡ ਹਨ ਮਲਕੀਅਤ ਵਿੱਚ, ਬਹੁਤ ਅਮੀਰ ਰਈਸ ਹੈ ਇਹ। ਕਹਿਣ ਲੱਗੇ ਮਹਿਤਾ ਕਾਲੂ ਜੀ ਦਾ ਰਾਏ ਬੁਲਾਰ ਦੇ ਨਾਲ ਇਸ ਤਰ੍ਹਾਂ ਪ੍ਰੇਮ ਹੈ ਜਿਵੇਂ ਸਕੇ ਭਰਾਵਾਂ ਦਾ ਆਪਸ ਵਿੱਚ ਪ੍ਰੇਮ ਹੋਵੇ। ਆਪਸ ਵਿੱਚ ਦੋਨਾਂ ਦੀ ਬਹੁਤ ਬਣਦੀ ਹੈ, ਸੁਭਾਅ ਰਲਦਾ ਹੈ, ਇੱਕ ਦੂਜੇ ਦਾ ਸਤਿਕਾਰ ਕਰਦੇ ਹਨ। ਰਾਏ ਬੁਲਾਰ ਮੁਸਲਮਾਨ ਹੈ ਧਰਮ ਕਰਕੇ, ਔਰ ਬਾਬਾ ਕਾਲੂ ਜੀ ਧਰਮ ਕਰਕੇ ਹਿੰਦੂ ਹੈ, ਬੇਦੀ ਕੁਲ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਹੈ। ਬਾਬਾ ਸ਼ਿਵ ਰਾਮ ਜੀ ਦੇ ਤੇ ਮਾਤਾ ਬਨਾਰਸੀ ਦੇ ਸੁਪੁੱਤਰ ਹਨ ਤੇ ਭਾਈ ਲਾਲੂ ਜੀ ਦੇ ਵੱਡੇ ਭਰਾ ਹਨ। ਇਹ ਤਲਵੰਡੀ ਵਿੱਚ ਇਹ ਵਸਦੇ ਹਨ ਤੇ ਤਲਵੰਡੀ ਦੇ ਮਾਲਕ ਦਾ ਨਾਮ ਹੈ ਰਾਏ ਬੁਲਾਰ। ਉਹ ਮੁਸਲਮਾਨ ਹੈ, ਇਹ ਹਿੰਦੂ ਹਨ। ਦੋਨਾਂ ਦਾ ਆਪਸ ਵਿੱਚ ਭਰਾ ਇਸ ਤਰ੍ਹਾਂ ਪ੍ਰੀਤ ਇਸ ਤਰ੍ਹਾਂ ਦਾ ਹੈ, ਪ੍ਰੇਮ ਇਸ ਤਰ੍ਹਾਂ ਦਾ ਜਿਵੇਂ ਸਕੇ ਭਰਾਵਾਂ ਦਾ ਆਪਸ ਵਿੱਚ ਸਨੇਹ ਹੁੰਦਾ ਹੈ। ਤੇ ਗ੍ਰਾਮ ਕੋ ਸੋ ਅਧਿਕਾਰੀ। ਕਹਿਣ ਲੱਗੇ ਕਿ ਹੋਰ ਵੀ ਕਈ ਪਿੰਡਾਂ ਦੀ ਮਲਕੀਅਤ ਹੈ ਇਹਨਾਂ ਦੀ, ਹੋਰ ਵੀ ਕਈ ਪਿੰਡਾਂ ਦੇ ਮਾਲਕ ਹਨ ਰਾਏ ਬੁਲਾਰ। ਸਭ ਕੀ ਦਈ ਕਾਰ ਪਟਵਾਰੀ। ਕਹਿਣ ਲੱਗੇ ਕਿ ਜਿੰਨੇ ਵੀ ਇਹਦੇ ਅਖਤਿਆਰ ਵਿੱਚ, ਅਧਿਕਾਰ ਵਿੱਚ ਪਿੰਡ ਆਉਂਦੇ ਹਨ ਤੇ ਸਾਰੇ ਦੇ ਸਾਰੇ ਪਿੰਡਾਂ ਦੀ ਬਾਬਾ ਕਾਲੂ ਜੀ ਨੂੰ ਪਟਵਾਰੀ ਦੀ ਕਾਰ ਦੇ ਦਿੱਤੀ ਹੈ। ਪਟਵਾਰੀ ਸਾਰੇ ਪਿੰਡਾਂ ਦੇ ਵਿੱਚ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਨੇ ਨਿਯੁਕਤ ਕਰ ਦਿੱਤਾ ਹੈ। ਅਸਬਿਦ ਬਿਲਸਤ ਅਨੇਕ ਬਿਲਾਸਾ। ਇਸ ਤਰ੍ਹਾਂ ਕਹਿਣ ਲੱਗੇ ਕਿ ਦੋਨੋਂ ਪਤੀ ਪਤਨੀ, ਸਾਰਾ ਪਰਿਵਾਰ, ਬਾਬਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਅਸਬਿਦ ਇਸ ਤਰੀਕੇ ਦੇ ਨਾਲ ਸੁਖ ਭੋਗਦਿਆਂ, ਚੰਗੀ ਜ਼ਿੰਦਗੀ ਬਸਰ ਕਰਦਿਆਂ, ਕਿਉਂ ਚੰਗੀ ਨੌਕਰੀ ਸੀ ਪਟਵਾਰੀ ਦੀ, ਉਸ ਸਮੇਂ ਚੰਗੀ ਆਮਦਨ ਹੋ ਜਾਂਦੀ ਸੀ, ਅੰਨ ਧਨ ਘਰ ਵਿੱਚ ਚੰਗਾ ਆ ਜਾਂਦਾ ਸੀ। ਇਸ ਤਰੀਕੇ ਦੇ ਨਾਲ ਚੰਗੀ ਸੁਖ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਦੰਪਤ ਔਰ ਧਰਿ ਸੁਤ ਆਸਾ। ਸਮਾਂ ਕਾਫੀ ਲੰਘ ਗਿਆ ਸ਼ਾਦੀ ਹੋਈ ਨੂੰ, ਤੇ ਦੰਪਤੀ ਭਾਵ ਦੋਨੇ ਜੋੜੇ ਦੇ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ, ਇਹਨਾਂ ਦੇ ਉਰਮਣੇ ਹਿਰਦੇ ਦੇ ਵਿੱਚ ਪੁੱਤਰ ਪ੍ਰਾਪਤੀ ਦੀ ਆਸਾ ਉਤਪੰਨ ਹੋਈ ਹੈ। ਸਾਧਵੀ ਗਰਭ ਧਰਨ ਪੁਨ ਕੀਨਾ। ਸਾਧਵੀ ਸੁਭਾਅ ਵਾਲੇ ਮਾਤਾ ਤ੍ਰਿਪਤਾ ਜੀ ਨੇ ਗਰਭ ਧਾਰਨ ਕੀਤਾ ਹੈ। ਫਿਰ ਤਨਸਿਆ ਸੁਮਤ ਪ੍ਰਵੀਨਾ। ਕਹਿਣ ਲੱਗੇ ਇਹਨਾਂ ਦੇ ਘਰ ਦੇ ਵਿੱਚ ਇੱਕ ਕੰਨਿਆ ਨੇ ਜਿਹੜੀ ਸ੍ਰੇਸ਼ਟ ਮੱਤ ਵਾਲੀ ਹੈ, ਤੇ ਪ੍ਰਵੀਨਾ ਮੈਨੇ ਬੜੀ ਸਿਆਣੀ ਤੇ ਜਿਹੜੀ ਪਰਮੇਸ਼ਰ ਦੇ ਆਰਾਧਨਾ ਵਿੱਚ ਤੇ ਉਹਦੇ ਨਿਸ਼ਚੇ ਦੇ ਵਿੱਚ ਬੜੀ ਪ੍ਰਵੀਨ ਹੈ। ਇਸ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਇੱਕ ਧੀ ਨੇ ਜਨਮ ਲਿਆ ਹੈ। ਗਿਰ ਮੈਨਾ ਕੇ ਘਰ ਮਾਹੀ। ਹਿਮ ਗਿਰ, ਹਿਮ ਕਹਿੰਦੇ ਨੇ ਹਿਮਾਚਲ ਨੂੰ ਤੇ ਗਿਰ ਮੈਨੇ ਪਰਬਤ।
ਕਹਿਣ ਲੱਗੇ ਹਿਮਾਚਲ ਪਰਬਤ ਦੇ ਘਰ ਵਿੱਚ ਤੇ ਮੈਨਾ ਦੀ ਕੁੱਖ ਤੋਂ ਜਿਸ ਤਰ੍ਹਾਂ ਪਾਰਵਤੀ ਜਨਮੀ ਜਿਵ ਆਹੀ। ਜਿਸ ਤਰ੍ਹਾਂ ਪਾਰਬਤੀ ਨੇ ਜਨਮ ਲਿਆ ਸੀ। ਇਹ ਹਿੰਦੂ ਮਿਥਿਹਾਸ ਕੋਸ਼ ਵਿੱਚ ਵੀ ਜ਼ਿਕਰ ਹੈ ਕਿ ਹਿਮਾਲਾ ਪਰਬਤ ਦੇ ਘਰ ਵਿੱਚ ਬੀਬੀ ਮੈਨਾ ਜੀ ਦੀ ਕੁੱਖੋਂ ਇੱਕ ਧੀ ਨੇ ਜਨਮ ਲਿਆ ਸੀ, ਜਿਹੜੀ ਬੜੀ ਸਿਆਣੀ ਤੇ ਸੁਸ਼ੀਲ ਸੀ। ਉਹਦਾ ਨਾਮ ਹੈ ਉਮਾ। ਉਹਦਾ ਨਾਮ ਪਾਰਬਤੀ ਤਾਂ ਮਸ਼ਹੂਰ ਹੋ ਗਿਆ ਕਿਉਂਕਿ ਉਹ ਹਿਮਾਲਿਆ ਪਰਬਤ ਦੀ ਪੁੱਤਰੀ ਹੈ। ਹਿਮਾਲਿਆ ਦੀ ਪਰਬਤ ਦੀ ਬੇਟੀ ਹੋਣ ਕਰਕੇ ਉਹਦਾ ਨਾਮ ਪਰਬਤ ਦੀ ਬੇਟੀ ਹੋਣ ਕਰਕੇ ਪਾਰਬਤੀ ਪ੍ਰਸਿੱਧ ਹੋਇਆ। ਉਹਦਾ ਨਾਮ ਹੈ ਉਮਾ। ਇਹ ਮੈਨਾ ਜੀ ਦੀ ਕੁੱਖ ਤੋਂ ਤੇ ਹਿਮਗਿਰ ਹਿਮਾਚਲ ਪਰਬਤ ਦੇ ਘਰ ਦੇ ਵਿੱਚ ਜਿਹੜੀ ਧੀ ਪੈਦਾ ਹੋਈ ਪਾਰਬਤੀ, ਸੁਸ਼ੀਲਾ ਸਭ ਗੁਣ ਖਾਨੀ। ਇਸ ਤਰ੍ਹਾਂ ਜਿਹੜੀ ਧੀ ਪੈਦਾ ਹੋਈ ਹੈ ਇਹ ਬੜੀ ਸੁਸ਼ੀਲਾ, ਬੜੇ ਸ਼ਾਂਤ ਸੁਭਾਅ ਵਾਲੀ ਤੇ ਗੁਣਾਂ ਦੀ ਖਾਨ ਸਿਆਣੀ ਹੈ। ਭਗਤ ਦਰ ਦੇਹ ਸੁਹਾਨੀ। ਮੰਨਣਾ ਕਰੋ ਵੀ ਇਹ ਭਗਤੀ ਦਾ ਸਾਖਸ਼ਾਤ ਰੂਪ ਹੈ। ਭਗਤੀ ਭਾਵ ਨੇ ਜਿਵੇਂ ਪ੍ਰਤੱਖ ਦੇਹ ਧਾਰਨ ਕਰ ਲਈ ਹੋਵੇ ਸੋਹਣੀ। ਬਤੀਤ ਭਇਓ ਪਛਤਾਚਾ। ਬਹੁਤ ਸਮਾਂ ਇਸ ਤਰ੍ਹਾਂ ਬਤੀਤ ਹੋਣ ਤੋਂ ਪਛਾਤ ਉਪਰੰਤ ਕਾਲੂ ਰਤ ਲਖ ਕਰ ਜਗਦਾਤਾ। ਇਉਂ ਕਾਲੂ ਜੀ ਦੇ ਮਨ ਦੇ ਵਿੱਚ ਅਕਾਲ ਪੁਰਖ ਜੀ ਦੀ ਪ੍ਰੀਤ ਪੈਦਾ ਹੋਈ ਤੇ ਉਹ ਅਕਾਲ ਪੁਰਖ ਨੂੰ ਜਗਤ ਦਾ ਦਾਤਾ ਲਖ ਜਾਣ ਕਰਕੇ ਪੁੱਤਰ ਤਾਸ ਮੈਂ ਜਾਈ। ਕਹਿਣ ਲੱਗੇ ਕਿ ਮਨ ਦੇ ਵਿੱਚ ਉਹਦੇ ਇੱਛਾ ਪੈਦਾ ਹੋਈ ਕਿ ਮੇਰੇ ਘਰ ਦੇ ਵਿੱਚ ਇੱਕ ਸਪੁੱਤਰ ਦੀ ਦਾਤ ਦਿਓ, ਮੇਰੇ ਘਰ ਦੇ ਵਿੱਚ ਇੱਕ ਬੇਟਾ ਪੈਦਾ ਹੋਵੇ। ਅਸ ਵਿਚਾਰ ਆਏ ਜਗਰਾਈ। ਇਸ ਤਰ੍ਹਾਂ ਜਗਤ ਦੇ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਹਨ ਇਸ ਤਰ੍ਹਾਂ ਦੀਆਂ ਵਿਚਾਰਾਂ ਲੈ ਕਰਕੇ ਕਿ ਮੇਰੇ ਘਰ ਦੇ ਵਿੱਚ ਇੱਕ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਗਰਭ ਕੋ ਧਾਰਨ ਕੀਨਾ। ਇਉਂ ਜਦੋਂ ਮਨ ਦੇ ਵਿੱਚ ਇੱਛਾ ਪੈਦਾ ਹੋਈ ਨਾ ਮਹਿਤਾ ਕਲਿਆਣ ਦਾਸ ਜੀ ਦੇ ਮੇਰੇ ਘਰ 'ਚ ਇੱਕ ਪੁੱਤਰ ਦੀ ਦਾਤ ਹੋਵੇ, ਤੇ ਇੱਧਰੋਂ ਅਕਾਲ ਪੁਰਖ ਜੀ ਨੇ ਵੀ ਪ੍ਰਥਵੀ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜਨਮ ਧਾਰ ਕਰਕੇ ਤੇਰਾ ਭਾਰ ਘਟਾਵਾਂਗੇ, ਅਧਰਮ ਦਾ ਨਾਸ਼ ਕਰਾਂਗੇ, ਪਾਪਾਂ ਦਾ, ਮਨਮੁਖਤਾਈ ਦਾ, ਅੰਧ ਵਿਸ਼ਵਾਸ ਦਾ ਖਾਤਮਾ ਕਰਾਂਗੇ। ਤੇ ਜਦੋਂ ਮਹਿਤਾ ਜੀ ਨੂੰ ਤੇ ਬੀਬੀ ਮਾਤਾ ਤ੍ਰਿਪਤਾ ਜੀ ਨੂੰ ਇੱਛਾ ਹੋਈ ਕਿ ਪੁੱਤਰ ਦੀ ਦਾਤ ਹੋਵੇ, ਤੇ ਅਕਾਲ ਪੁਰਖ ਪਰਮੇਸ਼ਰ ਜਗਤ ਦੇ ਦਾਤੇ ਨੇ ਵੀ ਇਹ ਸੋਚਿਆ ਵੀ ਕਿਉਂ ਨਾ ਮੈਂ ਪੁੱਤਰ ਦੀ ਸਰੂਪ ਦੇ ਵਿੱਚ, ਬੱਚੇ ਦੇ ਸਰੂਪ ਵਿੱਚ ਪੁੱਤਰ ਦਾ ਰੂਪ ਧਾਰਨ ਕਰਕੇ ਇਹਨਾਂ ਦੇ ਘਰ ਦੇ ਵਿੱਚ ਪੈਦਾ ਹੋ ਜਾਵਾਂ। ਇਸ ਤਰ੍ਹਾਂ ਜਗਤ ਦੇ ਮਾਲਕ ਪਰਮੇਸ਼ਰ ਦੇ ਮਨ ਦੇ ਵਿੱਚ ਇਹ ਵਿਚਾਰਾਂ ਆਉਂਦੀਆਂ ਹਨ। ਇੱਧਰੋਂ ਮਾਤਾ ਤ੍ਰਿਪਤਾ ਜੀ ਨੇ ਦੁਤੀਏ ਗਰਭ ਕੋ ਧਾਰਨ ਕੀਨਾ, ਦੂਜੀ ਵਾਰ ਫਿਰ ਗਰਭ ਨੂੰ ਧਾਰਨ ਕੀਤਾ ਹੈ। ਮਾਤਾ ਜੀ ਦੂਜੀ ਵਾਰ ਗਰਭਵਤੀ ਹੋਏ ਹਨ। ਜਿਸ ਮਾਤਾ ਦੇ ਜ਼ਿੰਦਗੀ ਦੇ ਵਿੱਚ ਪਤੀ ਬ੍ਰਤਾ ਧਰਮ ਬਹੁਤ ਪ੍ਰਬਲ ਹੈ, ਮਨ ਦੇ ਵਿੱਚ ਜਿਨ੍ਹਾਂ ਨੇ ਪਤੀ ਵਰਤਾ ਧਰਮ ਨੂੰ ਦ੍ਰਿੜ ਕੀਤਾ ਹੋਇਆ ਹੈ। ਜਿਸ ਤਰ੍ਹਾਂ ਦੂਜ ਦਾ ਚੰਦ ਹੁੰਦਾ ਹੈ ਇਸ ਤਰ੍ਹਾਂ ਉਹ ਪੇਟ ਦੇ ਵਿੱਚ ਜਿਹੜਾ ਬੱਚਾ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਰੂਪ ਇਉਂ ਸ਼ੋਭਾ ਪਾ ਰਿਹਾ ਹੈ ਤੇ ਵੱਧ ਰਿਹਾ ਹੈ। ਇਸ ਤਰ੍ਹਾਂ ਸੁੱਖਾਂ ਦੇ ਮੂਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਕਾਲ ਪੁਰਖ ਦਾ ਸਰੀਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਰੂਪ ਵਿੱਚ ਮਾਤਾ ਜੀ ਦੇ ਪੇਟ ਵਿੱਚ ਬੱਚੇ ਦੇ ਰੂਪ ਵਿੱਚ ਵੱਧ ਰਿਹਾ ਹੈ। ਇਸ ਤਰ੍ਹਾਂ ਮਾਤਾ ਜੀ ਨੇ, ਕਿਉਂਕਿ ਹਿੰਦੂ ਮਤ ਦੀ ਮਨੌਤ ਹੈ ਕਿ ਗਰਭ ਧਾਰਨ ਕੀਤਾ ਹੋਇਆ ਤੇ ਪੁਰਾਣੇ ਸਮਿਆਂ 'ਚ ਹੁਣ ਵੀ ਕਈ ਅੰਧ ਵਿਸ਼ਵਾਸੀ ਨਜ਼ਰ ਇਤਿਆਦਿਕ ਤੋਂ, ਭੈੜੀ ਨਜ਼ਰ ਤੋਂ ਡਰਦੇ ਹਨ ਤੇ ਗਰਭਵਤੀ ਇਸਤਰੀਆਂ ਨੂੰ ਬਾਹਰ ਅੰਦਰ ਇਸ ਤਰ੍ਹਾਂ ਦੇ ਬੰਦਿਆਂ ਦੇ ਮੱਥੇ ਲੱਗਣ ਤੋਂ, ਬੁਰੀ ਨਜ਼ਰ ਤੋਂ, ਉਪਰੀਆਂ ਇਸ ਤਰ੍ਹਾਂ ਦੇ ਭੂਤਾਂ ਪ੍ਰੇਤਾਂ ਤੋਂ, ਇਸ ਤਰ੍ਹਾਂ ਵਾਲਾਂ ਛਲਾਂ ਧਾਗੇ ਤਵੀਤਾਂ ਦੇ ਚੱਕਰਾਂ 'ਚ ਪੈ ਕੇ ਭਜਨ ਬਾਣੀ ਦਾ, ਪਰਮੇਸ਼ਰ ਦੀ ਅਰਾਧਨਾ ਦਾ ਲੜ ਛੱਡ ਕੇ ਕੁਕਰਮ ਕਰਦੇ ਹਨ, ਅੰਧ ਵਿਸ਼ਵਾਸ ਤੋਂ। ਇਹ ਹਿੰਦੂ ਮਤ ਦੇ ਵਿੱਚ ਵਿਚਾਰਧਾਰਾ ਰੱਖਣ ਵਾਲੇ ਲੋਕ ਹਨ। ਮਹਾਰਾਜ ਜੀ ਦਾ ਪ੍ਰਗਟਾ ਹਜੇ ਹੋਇਆ ਨਹੀਂ, ਗੁਰਮਤਿ ਦਾ ਹਜੇ ਪ੍ਰਚਾਰ ਪ੍ਰਸਾਰ ਸ਼ੁਰੂ ਨਹੀਂ ਹੋਇਆ। ਤੋ ਮਾਤਾ ਜੀ ਨੇ ਇਸ ਵਿਚਾਰ ਨੂੰ ਧਾਰਨ ਕਰਕੇ ਕਿ ਕਿਤੇ ਮੈਨੂੰ ਕੋਈ ਨਜ਼ਰ ਆਦਿਕ ਨਾ ਲੱਗ ਜਾਏ ਤੇ ਭੂਖਣ ਗਹਿਣੇ ਗੱਟੇ ਸਾਰੇ ਉਤਾਰ ਦਿੱਤੇ ਹਨ। ਪਰ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਕਿ ਜਦੋਂ ਮਾਤਾ ਜੀ ਨੇ ਸਾਰੇ ਗਹਿਣੇ ਉਤਾਰ ਦਿੱਤੇ ਪਰ ਮਾਤਾ ਜੀ ਦੀ ਸੁੰਦਰਤਾ ਜਿਹੜੀ ਹੈ ਹੁਣ ਵੀ ਬਹੁਤ ਪ੍ਰਗਟ ਹੋ ਰਹੀ ਹੈ। ਮਾਤਾ ਜੀ ਦੇ ਚਿਹਰੇ ਦਾ ਤੇਜ ਪ੍ਰਤਾਪ, ਸੁੰਦਰਤਾ ਇਤਿਆਦਿਕ ਬਹੁਤ ਹੀ ਉਜਾਗਰ ਹੈ। ਮਹਿਤਾ ਕਾਲੂ ਜੀ ਦੀ, ਬਾਬਾ ਕਾਲੂ ਜੀ ਦੀ ਤ੍ਰਿਆਮਣੀ ਇਸਤਰੀ ਪਤਨੀ ਭਾਵ ਮਾਤਾ ਤ੍ਰਿਪਤਾ ਜੀ ਜਿਸ ਵੀ ਥਾਂ ਤੇ, ਜਿਸ ਵੀ ਕਮਰੇ ਵਿੱਚ ਬੈਠਦੇ ਹਨ ਉਹ ਥਾਨ ਬਹੁਤ ਸ਼ੋਭਨੀਕ ਹੋ ਜਾਂਦਾ ਹੈ ਤੇ ਬੜੀ ਸੁੰਦਰਤਾ ਦੇ ਸਹਿਤ ਹੋ ਜਾਂਦਾ ਹੈ। ਕਹਿਣ ਲੱਗੇ ਕਿ ਇਹ ਗੱਲ ਨੂੰ ਸਨੇਹ
ਕਰਕੇ ਸ਼ੰਕਾ ਕਰਕੇ ਜੇ ਕੋਈ ਆਪਣੇ ਹਿਰਦੇ ਦੇ ਵਿੱਚ ਇਹ ਗੱਲ ਤੋਂ ਆਕੀ ਹੋਵੇ ਵੀ ਲੈ ਇਹ ਕਿਵੇਂ ਹੋ ਗਿਆ। ਮਾਤਾ ਤ੍ਰਿਪਤਾ ਜੀ ਜਿਸ ਥਾਂ ਤੇ ਵੀ ਬੈਠਦੇ ਹਨ ਉਹ ਥਾਂ ਸੋਹਣਾ ਲੱਗਣ ਲੱਗ ਜਾਂਦਾ ਹੈ, ਸ਼ੋਭਨੀਕ ਹੋ ਜਾਂਦਾ ਹੈ। ਇਹ ਗੱਲ ਨੂੰ ਸੁਣ ਕੇ ਜੇ ਕੋਈ ਸ਼ੰਕਾ ਕਰੇ ਤਾਂ ਕੋਟ ਬ੍ਰਹਮੰਡ ਸ਼ੋਭਦਾ ਜੋ ਜਿਵੇਂ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਸ਼ੋਭਦਾ ਹੈ। ਨਿਵਾਸ ਕੀਨੋ ਜਿਹ ਥਾਈ ਕਰੋੜਾਂ ਬ੍ਰਹਮੰਡਾਂ ਦੇ ਅਕਾਲ ਪੁਰਖ ਪਰਮੇਸ਼ਰ ਜੀ ਜਿਸ ਤਰ੍ਹਾਂ ਹਰ ਇੱਕ ਜ਼ਰੇ ਵਿੱਚ ਸ਼ੋਭਦੇ ਹਨ, ਜਿਸ ਅਕਾਲ ਪੁਰਖ ਨੇ ਇਸ ਤਰ੍ਹਾਂ ਕਿਸੇ ਥਾਂ ਦੇ ਉੱਤੇ ਵਾਸਾ ਕਰ ਲਿਆ ਹੋਵੇ, ਜੋ ਨਾ ਹੋਏ ਤੇ ਸੋਭ ਸਮਾਈ ਭਾਏ ਉਸ ਥਾਂ ਦੀ ਸ਼ੋਭਾ ਕਿਉਂ ਨਹੀਂ ਹੋਏਗੀ, ਭਾਵ ਬਹੁਤੀ ਹੋਏਗੀ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹੰਦਾ, ਜਿੱਥੈ ਬੈਸਨ ਸਾਧ ਜਨ ਸੇ ਥਾਨ ਸੁਹੰਦੇ। ਇਸ ਤਰ੍ਹਾਂ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਮਹਾਰਾਜ ਜੀ ਨੇ ਪ੍ਰਵਚਨ ਕੀਤੇ ਹਨ ਕਿ ਜਿੱਥੈ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋਆ। ਸਤਿਗੁਰਾਂ ਦਾ ਵਜੂਦ ਜਿਹੜਾ ਹੈ ਉਹ ਮਾਤਾ ਜੀ ਦੇ ਗਰਭਾਸ਼ੇ ਵਿੱਚ ਆ ਗਿਆ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਰੂਪ ਅਕਾਲ ਪੁਰਖ ਦੀ ਜੋਤ ਉਹਨਾਂ ਦੇ ਵਿੱਚ ਟਿਕ ਗਈ ਹੋਈ ਹੈ। ਇਸ ਤਰ੍ਹਾਂ ਮਾਤਾ ਜੀ ਦੇ ਪੇਟ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਰੂਪ ਹੈ। ਇਸ ਤਰ੍ਹਾਂ ਮਾਤਾ ਜਿੱਥੇ ਜਾ ਕੇ ਵਿਰਾਜਦੇ ਹਨ ਉਹ ਥਾਂ ਪਵਿੱਤਰ ਪਾਕ ਹੋ ਜਾਂਦਾ, ਸ਼ੋਭਾ ਦੇ ਸਹਿਤ ਹੋ ਜਾਂਦਾ। ਤੇ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਗੱਲ ਨੂੰ ਸੁਣ ਕੇ ਕੋਈ ਸ਼ੰਕਾ ਕਰੇ ਤਾਂ ਉਹਨੂੰ ਉੱਤਰ ਇਹ ਹੈ ਕਿ ਕਰੋੜਾਂ ਹੀ ਬ੍ਰਹਮੰਡਾਂ ਦੇ ਮਾਲਕ ਅਕਾਲ ਪੁਰਖ ਜੀ ਆਪ ਜਿੱਥੇ ਜਾ ਕੇ ਵਿਰਾਜ ਜਾਣ ਤੇ ਉਹ ਥਾਂ ਕਿਉਂ ਨਹੀਂ ਸ਼ੋਭਾ ਵਾਲੇ ਹੋਣਗੇ ਭਾਈ। ਜਾ ਦਿਨ ਤੇ ਆਏ ਜਗ ਸੁਆਮੀ ਜਿਸ ਦਿਨ ਦੇ ਜਗਤ ਦੇ ਮਾਲਕ ਅਕਾਲ ਪੁਰਖ ਪਰਮੇਸ਼ਰ ਜੀ ਆਏ ਹਨ ਗਰਭ ਦੇ ਵਿੱਚ, ਭਏ ਸਰਲਪੁਰ ਮਹਿ ਜੇ ਬਾਮੀ ਇਉਂ ਸਾਰੀ ਪੁਰੀ ਦੇ ਲੋਕ ਜਿਹੜੇ ਹਨ, ਬਾਮੀ ਮੈਨੇ ਹੁੰਦਾ ਵਿੰਗੇ ਜਾਂ ਟੇਢੇ ਜਾਂ ਖੋਟੇ ਸੁਭਾਅ ਵਾਲੇ, ਸਰਲ ਮੈਨੇ ਸਿੱਧੇ ਹੋ ਗਏ ਹਨ। ਉਹਨਾਂ ਨੇ ਵੀ ਆਪਣੇ ਸੁਭਾਅ ਜਿਹੜੇ ਹਨ ਬਦਲ ਲਏ ਹਨ ਜਦੋਂ ਤੋਂ ਮਾਤਾ ਤ੍ਰਿਪਤਾ ਜੀ ਨੇ ਗਰਭ ਧਾਰਨ ਕੀਤਾ। ਜਦੋਂ ਤੋਂ ਸਵਾਮੀ ਅਕਾਲ ਪੁਰਖ ਜੀ ਮਾਤਾ ਦੇ ਗਰਭਾਸ਼ੇ ਵਿੱਚ ਆ ਕੇ ਟਿਕੇ ਹਨ ਨਾ, ਉਦੋਂ ਤੋਂ ਸਾਰੇ ਪਿੰਡ ਦੇ ਮਾੜੇ ਲੋਕਾਂ ਨੇ, ਖੋਟੀ ਬੁੱਧੀ ਵਿੰਗੇ ਵਿਚਾਰਾਂ ਵਾਲੇ, ਬਾਮੀ ਮੈਨੇ ਟੇਢੇ ਸੁਭਾਅ ਵਾਲੇ ਲੋਕ ਵੀ ਸਰਲ ਮੈਨੇ ਸਿੱਧੇ ਹੋ ਗਏ ਹਨ ਪੁਰੀ ਦੇ। ਸੁਚ ਸੰਤੋਖ ਧਰਮ ਸਤ ਕਰੁਣਾ ਸੁਚ ਸੰਤੋਖ ਧਰਮ ਸਤ ਕਰੁਣਾ ਮੈਨੇ ਦਇਆ ਇਤਿਆਦਿਕ। ਅਸ ਸੁਭ ਕਰਮਨ ਮਹਿ ਆਚਰਨਾ ਇਉਂ ਉਹਨਾਂ ਦਾ ਇਸ ਤਰ੍ਹਾਂ ਦੇ ਸ਼ੁਭ ਕਰਮਾਂ ਦੇ ਵਿੱਚ ਆਚਰਨਾ ਮੈਨੇ ਰੋਜ਼ ਤਰ੍ਹਾਂ ਦੁਰੋ ਜ਼ਿੰਦਗੀ ਜਿਉਣ ਦੀ ਆਚਰਿਆ ਜਿਹੜੀ ਰੋਜ਼ ਦੇ ਕੰਮਕਾਰ ਇਸ ਤਰ੍ਹਾਂ ਦੇ ਸ਼ੁਭ ਕਰਮਾਂ ਵਾਲੇ ਹੋ ਗਏ ਹਨ। ਸੁਚ ਸੰਤੋਖ ਦਇਆ ਧਰਮ ਧੀਰਜ ਨੂੰ ਉਹਨਾਂ ਨੇ ਧਾਰਨ ਕਰ ਲਿਆ ਹੈ। ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਇੱਥੋਂ ਤੱਕ ਇਸ ਪ੍ਰਸੰਗ ਦੀ ਵਿਆਖਿਆ ਕੀਤੀ ਹੈ, ਵਿਚਾਰ ਕੀਤੀ ਹੈ। ਸੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਗਮਨ ਮਾਤਾ ਜੀ ਦੇ ਗਰਭਾਸ਼ੇ ਵਿੱਚ ਹੋ ਗਿਆ ਹੈ। ਮਾਤਾ ਜੀ ਨੇ ਦੂਸਰੀ ਵਾਰ ਜਿਹੜਾ ਗਰਭ ਧਾਰਨ ਕੀਤਾ ਹੈ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ ਅਕਾਲ ਪੁਰਖ ਨੇ ਆ ਮਾਤਾ ਜੀ ਦੇ ਗਰਭ ਵਿੱਚ ਵਾਸਾ ਕੀਤਾ। ਅਗਲਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਸਤਿਗੁਰੂ ਕਿਰਪਾ ਕਰਨ ਅਸੀਂ ਵਿਚਾਰਾਂਗੇ। ਇਸ ਤਰ੍ਹਾਂ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਕਿਰਪਾ ਕਰਕੇ ਮੁਆਫੀ ਬਖਸ਼ਿਸ਼ ਕਰ ਦੇਣੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਂਡ ਕੋਟ ਸ਼ੁਕਰ। ਦੋ ਤੁਕਾਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਸੁਚ ਸੰਤੋਖ ਧਰਮ ਸਤ ਕਰੁਣਾ ਆਸ ਸੁਭ ਕਰ ਮਨ ਮਹਿ ਆਚਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ